ਤਾਂ ਹਾਂਜੀ ਬੇਟੇ, ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਜਿਹੜੇ ਵਪਾਰਕ ਅਦਾਰਿਆਂ ਦੇ ਜਾਂ ਪ੍ਰਾਈਵੇਟ ਐਂਟਰਪ੍ਰਾਈਜ਼ਸ ਦੇ ਜਿਹੜੇ ਮਾਲਕੀ ਦੇ ਆਧਾਰ ਤੇ ਅਲੱਗ-ਅਲੱਗ ਤਰ੍ਹਾਂ ਦੇ ਸਰੂਪ ਹੋ ਸਕਦੇ ਨੇ। ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਡਿਸਕਸ ਕੀਤਾ ਸੀਗਾ ਸੋਲ ਪ੍ਰੋਪਰਾਈਟਰਸ਼ਿਪ। ਸੋਲ ਪ੍ਰੋਪਰਾਈਟਰਸ਼ਿਪ ਯਾਨੀ ਇੱਕ ਮਾਲਕ ਵਾਲੇ ਅਦਾਰੇ, ਉਹਦੇ ਬਾਰੇ ਆਪਾਂ ਸਾਰਾ ਜਾਣਿਆ। ਤੇ ਹੁਣ ਅੱਜ ਆਪਾਂ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਸਾਂਝੇਦਾਰੀ ਜਾਂ ਪਾਰਟਨਰਸ਼ਿਪ ਫਰਮਾਂ ਕਿਹੜੀਆਂ ਹੁੰਦੀਆਂ ਨੇ। ਜਿਵੇਂ ਕਿ ਤੁਹਾਨੂੰ ਨਾਮ ਤੋਂ ਹੀ ਪਤਾ ਲੱਗਦਾ ਹੈ ਪਾਰਟਨਰਸ਼ਿਪ। ਪਾਰਟਨਰਸ਼ਿਪ ਦਾ ਮਤਲਬ ਜਿਹਦੇ ਵਿੱਚ ਪਾਰਟਨਰਸ ਹੋਣ, ਜਿਹੜੇ ਜਦੋਂ ਦੋ ਜਾਂ ਦੋ ਤੋਂ ਵੱਧ ਵਿਅਕਤੀ ਰਲ ਕੇ ਵਪਾਰ ਕਰਨ ਲਈ ਸਹਿਮਤ ਹੋ ਜਾਂਦੇ ਹਨ। ਜ਼ਿਆਦਾ ਤੋਂ ਜ਼ਿਆਦਾ ਇਸ ਜਿਹੜਾ ਸਾਂਝੇਦਾਰੀ ਐਕਟ 1932 ਦੇ ਅਨੁਸਾਰ ਜ਼ਿਆਦਾ ਤੋਂ ਜ਼ਿਆਦਾ 20 ਵਿਅਕਤੀ ਹੋ ਸਕਦੇ ਹਨ। ਤਾਂ ਉਹ ਜਦੋਂ ਰਲ ਕੇ ਕਿਸੇ ਵਪਾਰ ਨੂੰ ਸ਼ੁਰੂ ਕਰਨ ਦਾ ਸੋਚਦੇ ਹਨ ਤਾਂ ਉਸ ਤਰ੍ਹਾਂ ਦੀ ਜਿਹੜੀ ਆਪਾਂ ਫਰਮ ਬਣਾਉਂਦੇ ਹਾਂ, ਤਾਂ ਉਹ ਜਿਹੜੀ ਫਰਮ ਹੁੰਦੀ ਹੈ ਉਹ ਇੱਕ ਸਾਂਝੇਦਾਰੀ ਫਰਮ ਹੁੰਦੀ ਹੈ। ਹਾਂ, ਜੇ ਤੁਸੀਂ ਰਲ ਕੇ ਕੋਈ ਬੈਂਕ ਖੋਲ੍ਹਣਾ ਚਾਹੁੰਦੇ ਹੋ ਤਾਂ ਬੈਂਕ ਵਾਲੀ ਫਰਮ ਦੇ ਵਿੱਚ ਤੁਸੀਂ ਵੱਧ ਤੋਂ ਵੱਧ 10 ਸਾਂਝੇਦਾਰ ਹੋ ਸਕਦੇ ਹੋ। ਤਾਂ ਜਦੋਂ ਰਲ ਕੇ ਆਪਾਂ ਵਪਾਰ ਕਰਨ ਲਈ ਸਹਿਮਤ ਹੋ ਜਾਂਦੇ ਹਾਂ ਤਾਂ ਉਸ ਤਰ੍ਹਾਂ ਦੀ ਜਿਹੜੀ ਫਰਮ ਹੁੰਦੀ ਹੈ ਉਸ ਨੂੰ ਆਪਾਂ ਸਾਂਝੇਦਾਰੀ ਫਰਮ ਕਹਿੰਦੇ ਹਾਂ। ਇਹ ਬਹੁਤ ਹੀ ਇੱਕ ਪਾਪੂਲਰ ਜਿਹੜੇ ਵਪਾਰਕ ਅਦਾਰਿਆਂ ਦਾ ਸਰੂਪ ਹੈ। ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਹਨ ਜਦੋਂ ਉਹ ਵੱਡੇ ਲੈਵਲ 'ਤੇ ਵਪਾਰ ਕਰਨਾ ਚਾਹੁੰਦੇ ਹਨ ਤਾਂ ਇਸ ਤਰ੍ਹਾਂ ਦੀ ਫਰਮ ਬਣਾ ਕੇ ਵਪਾਰ ਕਰਦੇ ਹਨ। ਇਹਦੇ ਬਾਰੇ ਆਪਾਂ ਅੱਗੇ ਡਿਸਕਸ ਕਰਾਂਗੇ ਕਿ ਇਸ ਪਾਰਟਨਰਸ਼ਿਪ ਫਰਮ ਨੂੰ ਰਜਿਸਟਰ ਕਰਾਉਣਾ ਜ਼ਰੂਰੀ ਹੁੰਦਾ ਜਾਂ ਨਹੀਂ ਹੁੰਦਾ। ਇਹ ਨੈਕਸਟ ਲੈਕਚਰ 'ਚ ਆਪਾਂ ਕਰਾਂਗੇ। ਪਰ ਜਿਹੜਾ ਇਹ ਵਾਲਾ ਆਪਣਾ ਲੈਕਚਰ ਹੈ ਇਹਦੇ ਵਿੱਚ ਆਪਾਂ ਇਹ ਪੜ੍ਹਾਂਗੇ ਵੀ ਸਾਂਝੇਦਾਰੀ ਫਰਮਾਂ ਹੁੰਦੀਆਂ ਕੀ ਨੇ ਔਰ ਇਹਦੇ ਫੀਚਰਸ ਕੀ ਨੇ, ਤੇ ਇਸ ਤੋਂ ਇਲਾਵਾ ਇਹਨਾਂ ਨੂੰ ਖੋਲ੍ਹਣ ਦੇ ਫਾਇਦੇ ਕੀ ਨੇ ਜਾਂ ਨੁਕਸਾਨ ਕੀ ਨੇ। ਇਹਦੇ ਬਾਰੇ ਆਪਾਂ ਅੱਜ ਦੇ ਟੌਪਿਕ ਦੇ ਵਿੱਚ ਡਿਸਕਸ ਕਰਾਂਗੇ। ਵੇਖੋ, ਇਹਦੇ ਵਿੱਚ ਹੈ ਜਦੋਂ ਥੋੜ੍ਹਾ ਵੱਡੇ ਲੈਵਲ 'ਤੇ ਆਪਾਂ ਕੋਈ ਵਪਾਰ ਕਰਨਾ ਹੁੰਦਾ ਹੈ ਤਾਂ ਆਪਣੇ ਕੋਲ ਜਿਹੜਾ ਏਕਲ ਮਲਕੀਅਤ ਵਾਲੇ ਵਪਾਰ ਹੁੰਦੇ ਨੇ ਉਹਨਾਂ ਦੇ ਵਿੱਚ, ਕਿਉਂਕਿ ਇੱਕ ਵਿਅਕਤੀ ਕੋਲ ਇੰਨੇ ਜ਼ਿਆਦਾ ਕਈ ਵਾਰੀ ਪੈਸੇ ਨਹੀਂ ਹੁੰਦੇ, ਤਾਂ ਇਹ ਵਪਾਰ ਬਹੁਤ ਵੱਡੇ ਲੈਵਲ 'ਤੇ ਵੀ ਆਪਾਂ ਕਰ ਸਕਦੇ ਹਾਂ। ਜਦੋਂ 2 ਜਾਂ 4 5 7 10 ਬੰਦੇ ਰਲ ਕੇ ਇਕੱਠੇ ਸਹਿਮਤ ਹੋ ਜਾਂਦੇ ਹਨ ਵੀ ਆਪਾਂ ਰਲ ਕੇ ਵਪਾਰ ਕਰਦੇ ਹਾਂ ਔਰ ਵੱਡੇ ਲੈਵਲ 'ਤੇ ਕਰਦੇ ਹਾਂ, ਤਾਂ ਕਿਉਂਕਿ ਵੱਡੇ ਲੈਵਲ 'ਤੇ ਵਪਾਰ ਕਰਨ ਨਾਲ ਇੱਕ ਤਾਂ ਸਾਰੇ ਜਦੋਂ ਪੈਸਾ ਲਗਾਉਂਦੇ ਹਨ ਤਾਂ ਪੈਸਾ ਵੀ ਜ਼ਿਆਦਾ ਹੁੰਦਾ ਹੈ। ਫਿਰ ਅਲੱਗ-ਅਲੱਗ ਤਰ੍ਹਾਂ ਦੀ ਪ੍ਰਬੰਧਕੀ ਯੋਗਤਾ ਹਰੇਕ ਵਿਅਕਤੀ ਦੇ ਕੋਲ ਆਪਦੀ ਅਲੱਗ-ਅਲੱਗ ਹੁੰਦੀ ਹੈ। ਫਿਰ ਜੇ ਫਾਇਦਾ ਹੁੰਦਾ ਹੈ ਤਾਂ ਫਾਇਦਾ ਵੀ ਵੱਡਾ ਹੁੰਦਾ ਹੈ। ਜੇ ਫਾਇਦਾ ਵੱਡਾ ਹੁੰਦਾ ਹੈ ਤਾਂ ਲਾਭ ਵੱਡਾ ਹੁੰਦਾ ਹੈ। ਲਾਭ ਵੱਡਾ ਹੁੰਦਾ ਹੈ ਤਾਂ ਲਾਭ ਦੀ ਵੇਖੋ ਵੰਡ ਵੀ ਭਾਵੇਂ ਇਹਦੇ ਵਿੱਚ ਹੋ ਜਾਂਦੀ ਹੈ, ਪਰ ਉਹਦਾ ਇੱਕ ਇਹ ਬੈਨੀਫਿਟ ਇਹ ਵੀ ਹੁੰਦਾ ਹੈ ਜੇ ਕਿਤੇ ਹਾਨੀ ਹੋ ਜਾਵੇ ਤਾਂ ਹਾਨੀ ਵੀ ਵੰਡੀ ਜਾਂਦੀ ਹੈ। ਤਾਂ ਸਾਂਝੇਦਾਰੀ ਐਕਟ 1932 ਧਾਰਾ 4 ਯਾਨੀ ਇੰਡੀਅਨ ਪਾਰਟਨਰਸ਼ਿਪ ਐਕਟ 1932 ਸੈਕਸ਼ਨ 4 ਦੇ ਅਨੁਸਾਰ ਇਸ ਦੀ ਡੈਫੀਨੇਸ਼ਨ ਕੀ ਬਣਦੀ ਹੈ, ਇਕੱਲੀ ਗੱਲ ਸੁਣਨ ਤੇ ਸਮਝਣ ਵਾਲੀ ਹੈ। ਸਾਂਝੇਦਾਰੀ ਵਿਅਕਤੀਆਂ ਵਿੱਚ ਇੱਕ ਅਜਿਹਾ ਸੰਬੰਧ ਹੈ ਜਿਹੜਾ ਸਾਰਿਆਂ ਦੁਆਰਾ ਰਲ ਕੇ ਸੰਚਾਲਿਤ ਜਾਂ ਉਹਨਾਂ ਵਿੱਚੋਂ ਕਿਸੇ ਇੱਕ ਦੁਆਰਾ ਸਾਰਿਆਂ ਲਈ ਸੰਚਾਲਿਤ ਕੀਤਾ ਜਾਂਦਾ ਹੈ ਅਤੇ ਸਾਰੇ ਵਪਾਰ ਦੇ ਲਾਭ ਦੀ ਵੰਡ ਲਈ ਜਦੋਂ ਸਾਰੇ ਸਹਿਮਤ ਹੋਣ ਤਾਂ ਇਸ ਤਰ੍ਹਾਂ ਦੇ ਜਿਹੜੇ ਵਪਾਰਕ ਅਦਾਰੇ ਨੂੰ ਆਪਾਂ ਸਾਂਝੇਦਾਰੀ ਵਾਲਾ ਅਦਾਰਾ ਕਹਿੰਦੇ ਹਨ। ਤੇ ਸਾਂਝੇਦਾਰੀ ਐਕਟ USA ਦੇ ਅਨੁਸਾਰ ਸਾਂਝੇਦਾਰੀ 2 ਜਾਂ 2 ਤੋਂ ਵੱਧ ਵਿਅਕਤੀਆਂ ਦਾ ਸੰਯੋਜਨ ਹੈ ਜਿਹੜਾ ਕਿ ਲਾਭ ਲਈ ਕਿਸੇ ਵਪਾਰ ਦੇ ਸਹਿ ਸੁਆਮੀ ਦੇ ਰੂਪ ਵਿੱਚ ਯਾਨੀ ਸਹਿ ਮਾਲਕ ਦੇ ਰੂਪ ਵਿੱਚ ਸੰਚਾਲਨ ਕਰਦੇ ਹਨ। ਜਦੋਂ ਯਾਨੀ ਕੋਈ ਵਿਅਕਤੀ ਰਲ ਕੇ ਵਪਾਰ ਕਰਨ ਲਈ ਸਹਿਮਤ ਹੋ ਜਾਂਦੇ ਹਨ ਤਾਂ ਆਪਾਂ ਉਸ ਨੂੰ ਸਾਂਝੇਦਾਰੀ ਸੰਗਠਨ ਕਹਿੰਦੇ ਹਾਂ। ਇਸ ਦੀਆਂ ਕੁਝ ਸ਼ਰਤਾਂ ਹੁੰਦੀਆਂ ਹਨ। ਸ਼ਰਤਾਂ ਸਾਂਝੇਦਾਰੀ ਦੇ ਵਿੱਚ ਸ਼ਰਤਾਂ ਹੁੰਦੀਆਂ ਹਨ। 2 ਜਾਂ 2 ਤੋਂ ਵੱਧ ਵਿਅਕਤੀਆਂ ਦਾ ਇਸ ਸਵੈ ਇੱਛਕ ਸੰਗ, ਯਾਨੀ 2 ਜਾਂ 2 ਤੋਂ ਵੱਧ ਵਿਅਕਤੀ ਜਦੋਂ ਇਕੱਠੇ ਕੰਮ ਕਰਨ ਲਈ ਸਹਿਮਤ ਹੋ ਜਾਂਦੇ ਹਨ ਤਾਂ ਆਪਾਂ ਉਸ ਨੂੰ ਸਾਂਝੇਦਾਰੀ ਫਰਮ ਕਹਿੰਦੇ ਹਾਂ। ਸਾਂਝੇਦਾਰੀ ਫਰਮ ਦੇ ਜਿਹੜੇ ਸਾਂਝੇਦਾਰ ਹੁੰਦੇ ਨੇ ਉਹ ਆਪਸ ਦੇ ਵਿੱਚ ਇੱਕ ਸਮਝੌਤਾ ਚਾਹੇ ਉਹ ਲਿਖਤ ਰੂਪ 'ਚ ਕਰ ਲੈਣ ਚਾਹੇ ਉਹ ਜ਼ੁਬਾਨੀ ਕਰ ਲੈਣ। ਵੇਖੋ, ਜੇ ਤਾਂ ਸਾਰੇ ਜਾਣਕਾਰ ਨੇ, ਇੱਕ ਦੂਜੇ ਦੇ ਬੜੇ ਨੇੜਲੇ ਸਾਥੀ ਨੇ, ਤਾਂ ਉਹ ਜ਼ੁਬਾਨੀ ਸਮਝੌਤੇ ਨਾਲ ਵੀ ਚੱਲ ਸਕਦੇ ਨੇ। ਪਰ ਜੇ ਲਿਖਤ ਸਮਝੌਤਾ ਕਰਦੇ ਨੇ
ਤਾਂ ਉਹਦੇ ਕਈ ਬੈਨੀਫਿਟ ਹੁੰਦੇ ਨੇ, ਅੱਗੇ ਆਉਣ ਵਾਲੇ ਲੈਕਚਰ 'ਚ ਆਪਾਂ ਕਰਾਂਗੇ। ਤਾਂ ਇੱਕ ਵੈਸੇ ਇਹਨਾਂ ਦੇ ਵਿੱਚ ਆਪਸੀ ਇੱਕ ਐਗਰੀਮੈਂਟ ਹੋਣਾ ਬੜਾ ਜ਼ਰੂਰੀ ਹੁੰਦਾ ਹੈ, ਕਿਉਂਕਿ ਉਸ ਦੇ ਕਈ ਫਾਇਦੇ ਹੁੰਦੇ ਹਨ। ਸਾਂਝੇਦਾਰੀ ਵਪਾਰ ਨੂੰ ਸਾਰੇ ਹਿੱਸੇਦਾਰ ਜਾਂ ਤਾਂ ਮਿਲ ਕੇ ਚਲਾ ਸਕਦੇ ਹਨ। ਜੇ ਸਾਰੇ ਹਿੱਸੇਦਾਰ ਉਹਨੂੰ ਮਿਲ ਕੇ ਨਹੀਂ ਚਲਾਉਣਾ ਚਾਹੁੰਦੇ, ਉਹ ਚਾਹੁੰਦੇ ਨੇ ਵੀ ਅਸੀਂ ਪੈਸਾ ਤਾਂ ਲਗਾਵਾਂਗੇ ਪਰ ਇੱਕ ਹੀ ਵਿਅਕਤੀ ਜਾਂ ਦੋ ਵਿਅਕਤੀ ਉਸ ਨੂੰ ਚਲਾਉਣ, ਬਾਕੀ ਸਾਰੇ ਸਾਇਲੈਂਟ ਰਹਿਣਗੇ, ਤਾਂ ਉਹ ਇਸ ਤਰ੍ਹਾਂ ਵੀ ਕਰ ਸਕਦੇ ਨੇ। ਸਾਰਿਆਂ ਦੇ ਵਿੱਚ ਲਾਭ ਦੀ ਵੰਡ ਹੁੰਦੀ ਹੈ। ਸ਼ਰਤਾਂ ਨੇ ਇਹ, ਉਹ ਪੂੰਜੀ ਅਤੇ ਸੇਵਾਵਾਂ ਪ੍ਰਦਾਨ ਕਰਦੇ ਹਨ। ਕੌਣ? ਸਾਰੇ ਸਾਂਝੇਦਾਰ ਆਪਣੀਆਂ ਸੇਵਾਵਾਂ ਵੀ ਦਿੰਦੇ ਹਨ ਔਰ ਆਪਣੀਆਂ ਪੂੰਜੀ ਵੀ ਲਗਾਉਂਦੇ ਹਨ। ਵਪਾਰ ਦਾ ਮੁੱਖ ਉਦੇਸ਼ ਕਿਉਂਕਿ ਲਾਭ ਕਮਾਉਣਾ ਹੁੰਦਾ ਹੈ, ਤੇ ਲਾਭ ਜਿੰਨਾ ਜ਼ਿਆਦਾ ਵੱਡਾ ਕੰਮ ਹੁੰਦਾ ਹੈ ਉਨਾ ਹੀ ਜ਼ਿਆਦਾ ਲਾਭ ਹੋਣ ਦੇ ਚਾਂਸਸ ਵੀ ਜ਼ਿਆਦਾ ਹੁੰਦੇ ਹਨ। ਜਿੰਨੇ ਵੀ ਸਾਂਝੇਦਾਰ ਹੁੰਦੇ ਹਨ ਉਹਨਾਂ ਸਭ ਦੀ ਲਾਇਬਿਲਟੀ ਜਿਹੜੀ ਹੈ ਉਹ ਅਨਲਿਮਿਟਿਡ ਹੁੰਦੀ ਹੈ। ਯਾਨੀ ਜੇਕਰ ਵਪਾਰ ਕਿਸੇ ਉਧਾਰ ਦੇ ਵਿੱਚ ਜਾਂ ਡੈਪਟ ਦੇ ਵਿੱਚ ਗਿਰ ਜਾਂਦਾ ਹੈ, ਉਸ ਨੂੰ ਘਾਟਾ ਹੁੰਦਾ ਹੈ, ਤਾਂ ਸਾਰੇ ਸਾਂਝੇਦਾਰ ਬਰਾਬਰ ਦੇ ਉਸ ਨੁਕਸਾਨ ਦੇ ਹਿੱਸੇਦਾਰ ਹੁੰਦੇ ਹਨ। ਹੁਣ ਅੱਗੇ ਗੱਲ ਆਉਂਦੀ ਹੈ ਲਾਇਬਿਲਟੀ ਜਦੋਂ ਅਨਲਿਮਿਟਿਡ ਹੁੰਦੀ ਹੈ, ਤਾਂ ਜੇ ਮੰਨ ਲਓ ਘਾਟਾ ਪੈਂਦਾ ਹੈ ਤਾਂ ਜਿੰਨੇ ਵੀ ਸਾਂਝੇਦਾਰ ਹੁੰਦੇ ਹਨ ਉਹਨਾਂ ਦੀ ਜੇ ਕੋਈ ਆਪਣੀ ਹੋਰ ਵੀ ਸੰਪਤੀ ਹੈ, ਜੇ ਉਹ ਜੇ ਉਸ ਪਾਰਟਨਰਸ਼ਿਪ ਫਰਮ ਦਾ ਸਾਰਾ ਕੁਝ ਵੇਚ ਕੇ ਵੀ ਉਹ ਪੈਸਾ ਪੂਰਾ ਨਹੀਂ ਹੁੰਦਾ, ਤਾਂ ਸਾਂਝੇਦਾਰਾਂ ਦੀ ਜਿਹੜੀ ਨਿੱਜੀ ਸੰਪਤੀ ਹੈ ਉਸ ਨੂੰ ਵੀ ਵੇਚ ਕੇ ਪੈਸਾ ਉਹਨਾਂ ਨੂੰ ਦੇਣਾ ਪਏਗਾ, ਕਿਉਂਕਿ ਇਸ ਦੇ ਵਿੱਚ ਵੀ ਦੇਣਦਾਰੀ ਜਿਹੜੀ ਹੈ ਉਹ ਅਸੀਮਤ ਹੁੰਦੀ ਹੈ, ਯਾਨੀ ਲਾਇਬਿਲਟੀ ਅਨਲਿਮਿਟਿਡ ਹੁੰਦੀ ਹੈ। ਤਾਂ ਅੱਗੇ ਬੇਟੇ ਆਪਾਂ ਕਰਾਂਗੇ ਸਾਂਝੇਦਾਰੀ ਦੀਆਂ ਵਿਸ਼ੇਸ਼ਤਾਵਾਂ। ਜਦੋਂ ਆਪਾਂ ਬੇਟੇ ਵਿਸ਼ੇਸ਼ਤਾਵਾਂ ਕਰ ਲਵਾਂਗੇ, ਵਿਸ਼ੇਸ਼ਤਾਵਾਂ ਕਰਨ ਤੋਂ ਬਾਅਦ ਜੇ ਵਿਸ਼ੇਸ਼ਤਾਵਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਣ, ਯਾਨੀ ਫੀਚਰਸ ਆਫ ਪਾਰਟਨਰਸ਼ਿਪ ਫਰਮ ਚੰਗੀ ਤਰ੍ਹਾਂ ਸਮਝ ਆ ਗਏ, ਤਾਂ ਇਹਦੇ ਤੋਂ ਹੀ ਤੁਹਾਡੇ ਲਾਭ ਬਣ ਜਾਣਗੇ ਔਰ ਇਹਦੇ ਤੋਂ ਹੀ ਤੁਹਾਡੀਆਂ ਹਾਨੀਆਂ ਬਣ ਜਾਣਗੀਆਂ। ਤਾਂ ਆਪਾਂ ਪਹਿਲੀ ਜਿਹੜਾ ਫੀਚਰਸ ਉਹ ਡਿਸਕਸ ਕਰਦੇ ਹਾਂ, ਵਿਅਕਤੀਆਂ ਦੀ ਗਿਣਤੀ, ਯਾਨੀ ਕਿੰਨੇ ਸਾਂਝੇਦਾਰ ਹੋ ਸਕਦੇ ਹਨ। ਤਾਂ ਇੱਕ ਸਾਂਝੇਦਾਰੀ ਸੰਗਠਨ ਵਿੱਚ ਘੱਟ ਤੋਂ ਘੱਟ 2 ਵਿਅਕਤੀ ਹੋਣੇ ਜ਼ਰੂਰੀ ਹਨ ਔਰ ਵੱਧ ਤੋਂ ਵੱਧ ਇਹਦੇ ਵਿੱਚ 20 ਵਿਅਕਤੀ ਹੋ ਸਕਦੇ ਹਨ। ਜੇਕਰ ਵਿਅਕਤੀ 20 ਤੋਂ ਜ਼ਿਆਦਾ ਹੋ ਜਾਣ ਤਾਂ ਫਿਰ ਉਹ ਇੱਕ ਸਾਂਝੇਦਾਰੀ ਫਰਮ ਨਹੀਂ ਰਹਿੰਦੀ, ਉਹ ਇੱਕ ਕੰਪਨੀ ਦਾ ਰੂਪ ਧਾਰ ਲੈਂਦੀ ਹੈ। ਦੂਸਰੀ ਗੱਲ, ਜੇ ਆਪਾਂ ਬੈਂਕ ਮੰਨ ਲਓ ਕੋਈ ਬੈਂਕ ਖੋਲ੍ਹਣਾ ਹੈ ਜਾਂ ਬੈਂਕਿੰਗ ਦਾ ਵਪਾਰ ਕਰਨਾ ਹੈ, ਤਾਂ ਉਹਦੇ ਵਿੱਚ ਸਾਂਝੇਦਾਰਾਂ ਦੀ ਵੱਧ ਤੋਂ ਵੱਧ ਸੰਖਿਆ 10 ਹੋਣੀ ਚਾਹੀਦੀ ਹੈ, ਇਸ ਤੋਂ ਵੱਧ ਨਹੀਂ ਹੋ ਸਕਦੀ। ਯਾਨੀ ਬੈਂਕ ਖੋਲ੍ਹਣ ਵਾਸਤੇ 10 ਤੋਂ ਜ਼ਿਆਦਾ ਸਾਂਝੇਦਾਰ ਨਹੀਂ ਹੋ ਸਕਦੇ। ਹੁਣ ਅੱਗੇ ਗੱਲ ਆ ਗਈ, ਦੂਸਰਾ ਫੀਚਰ ਕੀ ਹੈ? ਹਿੱਸੇਦਾਰਾਂ ਵਿਚਕਾਰ ਸਮਝੌਤਾ। ਕੀ ਇਹ ਸਮਝੌਤਾ ਹੋਣਾ ਜ਼ਰੂਰੀ ਹੈ? ਹਾਂਜੀ, ਬਿਲਕੁਲ ਸਮਝੌਤਾ ਹੋਣਾ ਜ਼ਰੂਰੀ ਹੈ, ਯਾਨੀ ਇੱਕ ਐਗਰੀਮੈਂਟ ਹੋਣਾ ਜ਼ਰੂਰੀ ਹੈ। ਹਾਂ, ਉਹ ਐਗਰੀਮੈਂਟ ਰਿਟਨ ਵੀ ਹੋ ਸਕਦਾ ਹੈ, ਉਹ ਐਗਰੀਮੈਂਟ ਜ਼ਬਾਨੀ ਵੀ ਹੋ ਸਕਦਾ ਹੈ। ਜੇ ਰਿਟਨ ਐਗਰੀਮੈਂਟ ਹੋਵੇ ਤਾਂ ਉਹਦੇ 'ਤੇ ਸਾਰੀਆਂ ਸ਼ਰਤਾਂ ਲਿਖ ਦਿੱਤੀਆਂ ਜਾਂਦੀਆਂ ਹਨ, ਸਭ ਦੇ ਨਾਂ ਲਿਖੇ ਹੁੰਦੇ ਹਨ, ਸਭ ਦੇ ਐਡਰੈਸ ਲਿਖੇ ਹੁੰਦੇ ਹਨ, ਸਭ ਦੇ ਮੋਬਾਈਲ ਨੰਬਰਸ ਲਿਖੇ ਹੁੰਦੇ ਹਨ, ਸਭ ਦੇ ਹਿੱਸੇਦਾਰੀ ਲਿਖੀ ਹੁੰਦੀ ਹੈ, ਜਾਂ ਹੋਰ ਵੀ ਜਿਹੜੀਆਂ ਕੋਈ ਸਾਂਝੇਦਾਰੀ ਦੀਆਂ ਸ਼ਰਤਾਂ ਹੁੰਦੀਆਂ ਹਨ ਉਹ ਲਿਖੀਆਂ ਹੁੰਦੀਆਂ ਹਨ। ਸਾਂਝੇਦਾਰੀ ਕਾਨੂੰਨੀ ਵਪਾਰ, ਯਾਨੀ ਕੋਈ ਲੀਗਲ ਜੇ ਤੌਰ 'ਤੇ ਜਿਹੜਾ ਸਮਾਜ ਦੀਆਂ ਨਜ਼ਰਾਂ ਦੇ ਵਿੱਚ, ਕਾਨੂੰਨ ਦੀਆਂ ਨਜ਼ਰਾਂ ਵਿੱਚ ਸਹੀ ਵਪਾਰ ਹੈ, ਤਾਂ ਉਹਦੇ ਵਿੱਚ ਹੀ ਪਾਰਟਨਰਸ਼ਿਪ ਫਰਮ ਬਣ ਸਕਦੀ ਹੈ। ਕਿਸੇ ਵੀ ਗੈਰ ਕਾਨੂੰਨੀ ਕੰਮ ਦੇ ਵਿੱਚ, ਜਿਵੇਂ ਮੰਨ ਲਓ ਕੋਈ ਆਪਾਂ ਕਹਿ ਲਈਏ ਵੀ ਵਪਾਰ ਹੀ ਇਸ ਤਰ੍ਹਾਂ ਦਾ ਕਰਦੇ ਹਨ ਜਿਹੜੇ ਕਿ ਗੈਰ ਕਾਨੂੰਨੀ ਹਨ, ਜਿਵੇਂ ਮੰਨ ਲਓ ਕੋਈ ਨਸ਼ਾ ਵੇਚਦਾ ਹੈ, ਤਾਂ ਇਹਦੇ ਵਿੱਚ ਇੱਕ ਰਿਟਨ ਐਗਰੀਮੈਂਟ ਜਾਂ ਸਮਝੌਤਾ ਨਹੀਂ ਹੋ ਸਕਦਾ, ਪਾਰਟਨਰਸ਼ਿਪ ਫਰਮ ਨਹੀਂ ਬਣ ਸਕਦੀ। ਹਾਂ, ਉਹਨਾਂ ਦੀ ਆਪਸੀ ਜ਼ਬਾਨੀ ਹੋ ਸਕਦੀ ਹੈ, ਪਰ ਕਾਨੂੰਨ ਦੇ ਮੁਤਾਬਕ ਉਹਨਾਂ ਦੇ ਵਿੱਚ ਕੋਈ ਪਾਰਟਨਰਸ਼ਿਪ ਫਰਮ ਨਹੀਂ ਬਣ ਸਕਦੀ। ਲਾਭ ਦੀ ਵੰਡ, ਤਾਂ ਸਮਝੌਤੇ ਦੀ ਇਹ ਇੱਕ ਜ਼ਰੂਰੀ ਸ਼ਰਤ ਹੁੰਦੀ ਹੈ ਕਿ ਹਿੱਸੇਦਾਰਾਂ ਵਿਚਕਾਰ ਲਾਭ ਦੀ ਵੰਡ। ਲਾਭ ਦੀ ਵੰਡ ਤਾਂ ਵੇਖੋ ਬੇਟੇ, ਜਿੰਨਾ ਜਿਸ ਨੇ ਪੈਸਾ ਲਗਾਇਆ ਹੈ ਉਹਦੇ ਮੁਤਾਬਕ ਉਹ ਲਾਭ ਦਾ ਹਿੱਸੇਦਾਰ ਹੁੰਦਾ ਹੈ, ਤੇ ਜੇ ਹਾਨੀ ਹੁੰਦੀ ਹੈ ਤਾਂ ਉਨੀ ਹਾਨੀ ਦਾ ਵੀ ਉਹ ਹਿੱਸੇਦਾਰ ਹੁੰਦਾ ਹੈ। ਮੰਨ ਲਓ ਕਿਸੇ ਦਾ 20% ਹਿੱਸਾ ਹੈ ਤਾਂ ਉਸ ਨੂੰ 20% ਲਾਭ ਮਿਲੇਗਾ। ਜੇ ਕਿਸੇ ਦਾ 50% ਹਿੱਸਾ ਹੈ ਤਾਂ ਉਸ ਨੂੰ 50% ਲਾਭ ਮਿਲੇਗਾ।
ਜੇ ਤੀਸਰੇ ਵਿਅਕਤੀ ਦਾ 30% ਹਿੱਸਾ ਹੈ ਤਾਂ ਉਸਨੂੰ 30% ਲਾਭ ਮਿਲੇਗਾ। ਜੇ ਹਾਨੀ ਹੁੰਦੀ ਹੈ ਤਾਂ ਹਾਨੀ ਵੀ ਇਸੇ ਤਰ੍ਹਾਂ ਦੀ ਰੇਸ਼ੋ ਦੇ ਵਿੱਚ ਹੀ ਉਹਨਾਂ ਨੂੰ ਹੋਵੇਗੀ। ਪੰਜਵਾਂ ਪੁਆਇੰਟ ਹੈ ਮੁਖੀ ਅਤੇ ਏਜੰਟ ਵਿੱਚ ਸੰਬੰਧ। ਹਰੇਕ ਫਰਮ ਦਾ ਜਿਹੜਾ ਹਿੱਸੇਦਾਰ ਹੁੰਦਾ ਹੈ ਉਹ ਇੱਕ ਦੂਸਰੇ ਵਾਸਤੇ ਇੱਕ ਏਜੰਟ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ। ਉਹ ਆਪਣੀਆਂ ਸਾਰੀ ਗਤੀਵਿਧੀਆਂ ਜਾਂ ਇੱਕ ਮੁਖੀ ਦੇ ਤੌਰ ਤੇ ਵੀ ਕਰ ਸਕਦਾ ਹੈ ਅਤੇ ਇੱਕ ਏਜੰਟ ਦੇ ਤੌਰ ਤੇ ਵੀ ਕਰ ਸਕਦਾ ਹੈ, ਕਿਉਂਕਿ ਸਾਰੇ ਹੀ ਮਾਲਕ ਹਨ। ਤਾਂ ਉਹ ਕੰਪਨੀ ਦੇ ਵਾਸਤੇ ਕੋਈ ਵੀ ਕਿਸੇ ਦੇ ਨਾਲ ਵੀ ਐਗਰੀਮੈਂਟ ਕਰ ਸਕਦਾ ਹੈ। ਇੱਕ ਏਜੰਟ ਦੇ ਤੌਰ ਤੇ ਵੀ ਕੰਮ ਕਰ ਸਕਦਾ ਹੈ ਤਾਂ ਇੱਕ ਉਹ ਮੁਖੀ ਦੇ ਤੌਰ ਤੇ ਵੀ ਕੰਮ ਕਰ ਸਕਦਾ ਹੈ। ਕਾਮਨ ਮੈਨੇਜਮੈਂਟ ਜਾਂ ਸਾਂਝਾ ਪ੍ਰਬੰਧ। ਇੱਕ ਹਿੱਸੇਦਾਰੀ ਫਰਮ ਦੇ ਵਿੱਚ, ਇੱਕ ਪਾਰਟਨਰਸ਼ਿਪ ਫਰਮ ਦੇ ਵਿੱਚ ਹਰੇਕ ਪਾਰਟਨਰ ਜਿਹੜਾ ਹੈ ਉਹ ਵਪਾਰ ਨੂੰ ਮੈਨੇਜ ਕਰਨ ਦੇ ਵਿੱਚ ਆਪਦੀ ਭੂਮਿਕਾ ਜਿਹੜੀ ਹੈ ਉਹ ਕਾਨੂੰਨੀ ਤੌਰ ਤੇ ਉਸਨੂੰ ਅਧਿਕਾਰ ਹੁੰਦਾ ਹੈ। ਉਹ ਮੈਨੇਜਮੈਂਟ ਦੇ ਕੰਮਾਂ ਦੇ ਵਿੱਚ ਦਖਲ ਦੇ ਸਕਦਾ ਹੈ, ਯਾਨੀ ਹਰ ਕੰਮ ਦੇ ਵਿੱਚ ਉਹ ਆਪਣੀ ਰਾਏ ਦੇ ਸਕਦਾ ਹੈ, ਕਿਉਂਕਿ ਕਾਨੂੰਨੀ ਤੌਰ ਤੇ ਉਸਨੂੰ ਇਸ ਚੀਜ਼ ਦਾ ਅਧਿਕਾਰ ਹੁੰਦਾ ਹੈ। ਹਿੱਸੇਦਾਰਾਂ ਅਤੇ ਫਰਮ ਦੇ ਅਧਿਕਾਰ ਅਤੇ ਦੇਣਦਾਰੀਆਂ ਇੱਕੋ ਜਿਹੀਆਂ ਹੁੰਦੀਆਂ ਹਨ। ਸਾਰੇ ਫੈਸਲਿਆਂ ਦੇ ਵਿੱਚ ਉਹ ਹਿੱਸਾ ਲੈ ਸਕਦਾ ਹੈ, ਕਿਉਂਕਿ ਸਾਰੇ ਮਹੱਤਵਪੂਰਨ ਫੈਸਲੇ ਜਿਹੜੇ ਨੇ ਉਹ ਸਾਰਿਆਂ ਦੁਆਰਾ ਮਿਲ ਕੇ ਹੀ ਕੀਤੇ ਜਾਂਦੇ ਹਨ। ਅੱਗੇ ਨੈਕਸਟ ਪੁਆਇੰਟ ਹੈ ਅਸੀਮਤ ਦੇਣਦਾਰੀ, ਜਿਹੜੇ ਮੈਂ ਅੱਗੇ ਵੀ ਡਿਸਕਸ ਕੀਤਾ ਹੈ। ਦੇਣਦਾਰੀ ਸਭ ਦੀ ਅਨਲਿਮਿਟਿਡ ਹੁੰਦੀ ਹੈ, ਕਿਉਂਕਿ ਜੇ ਫਰਮ ਨੂੰ ਘਾਟਾ ਪੈਂਦਾ ਹੈ ਤਾਂ ਸਭ ਦੀਆਂ ਨਿੱਜੀ ਸੰਪਤੀਆਂ ਵੇਚ ਕੇ ਵੀ ਉਸ ਹਾਨੀ ਨੂੰ ਪੂਰਾ ਕਰਨਾ ਪੈਂਦਾ ਹੈ। ਅੰਸ਼ਾਂ ਦੇ ਹਸਤਾਂਤਰਨ ਉੱਤੇ ਪ੍ਰਤੀਬੰਧ, ਯਾਨੀ ਰਿਸਟ੍ਰਿਕਸ਼ਨ ਔਨ ਟ੍ਰਾਂਸਫਰ ਆਫ ਸ਼ੇਅਰਸ। ਕੀ ਕੋਈ ਵਿਅਕਤੀ ਜਿਹੜਾ ਕਿ ਪਾਰਟਨਰਸ਼ਿਪ ਡੀਡ ਦਾ ਉਸ ਪਾਰਟਨਰਸ਼ਿਪ ਫਰਮ ਦਾ ਹਿੱਸਾ ਹੈ ਉਹ ਆਪਣਾ ਹਿੱਸਾ ਕਿਸੇ ਨੂੰ ਵੇਚ ਸਕਦਾ ਹੈ? ਨਹੀਂ ਵੇਚ ਸਕਦਾ। ਜਿੰਨੀ ਦੇਰ ਤੱਕ ਸਾਰੇ ਜਣੇ ਸਹਿਮਤ ਨਹੀਂ ਹੁੰਦੇ ਉਨੀ ਦੇਰ ਤੱਕ ਉਹ ਆਪਣਾ ਹਿੱਸਾ ਕਿਸੇ ਦੂਸਰੇ ਵਿਅਕਤੀ ਨੂੰ ਨਹੀਂ ਵੇਚ ਸਕਦਾ ਅਤੇ ਨਾ ਹੀ ਕਿਸੇ ਹੋਰ ਦੇ ਨਾਂ ਤੇ ਟ੍ਰਾਂਸਫਰ ਕਰ ਸਕਦਾ ਹੈ। ਅਟਮੋਸਟ ਗੁੱਡ ਫੇਥ, ਯਾਨੀ ਪਰਮ ਸਦ ਵਿਸ਼ਵਾਸ, ਯਾਨੀ ਹਿੱਸੇਦਾਰਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਵਿਸ਼ਵਾਸ, ਇਮਾਨਦਾਰੀ ਦੀ ਭਾਵਨਾ, ਯਾਨੀ ਆਪਸ ਦੇ ਵਿੱਚ ਇੱਕ ਗੁੱਡ ਫੇਥ ਹੋਣਾ ਬੜਾ ਜ਼ਰੂਰੀ ਹੈ, ਕਿਉਂਕਿ ਵਪਾਰ ਦੇ ਚੱਲਦੇ ਰਹਿਣ ਅਤੇ ਵਪਾਰ ਦੇ ਤਰੱਕੀ ਕਰਨ ਵਾਸਤੇ ਇਹ ਚੀਜ਼ ਬੜੀ ਹੀ ਜ਼ਰੂਰੀ ਹੁੰਦੀ ਹੈ। ਇਸ ਵਪਾਰ ਦੀ ਮਿਆਦ ਕੀ ਹੁੰਦੀ ਹੈ? ਮਿਆਦ ਯਾਨੀ ਡਿਊਰੇਸ਼ਨ। ਜਿਸ ਵੇਲੇ ਕੋਈ ਵੀ ਹਿੱਸੇਦਾਰ ਮਰ ਜਾਂਦਾ ਹੈ ਜਾਂ ਕੋਈ ਹਿੱਸੇਦਾਰ ਰਿਟਾਇਰ ਹੋ ਜਾਂਦਾ ਹੈ, ਰਿਟਾਇਰ ਹੋਣਾ ਚਾਹੁੰਦਾ ਹੈ, ਉਹ ਫਰਮ ਛੱਡਣੀ ਚਾਹੁੰਦਾ ਹੈ, ਤਾਂ ਉਸੇ ਵੇਲੇ ਹੀ ਉਹ ਜਿਹੜਾ ਪੁਰਾਣਾ ਐਗਰੀਮੈਂਟ ਹੈ ਉਹ ਖਤਮ ਹੋ ਜਾਂਦਾ ਹੈ, ਉਸ ਦੀ ਕੋਈ ਵੀ ਮਾਨਤਾ ਨਹੀਂ ਰਹਿੰਦੀ ਹੈ। ਉਸ ਤੋਂ ਬਾਅਦ ਜੇ ਆਪਾਂ ਕਿਸੇ ਹੋਰ ਹਿੱਸੇਦਾਰ ਨੂੰ ਰਲਾਉਣਾ ਚਾਹੀਏ ਤਾਂ ਉਹ ਪਾਰਟਨਰਸ਼ਿਪ ਫਰਮ ਖਤਮ ਹੋ ਜਾਏਗੀ, ਨਵੀਂ ਪਾਰਟਨਰਸ਼ਿਪ ਫਰਮ ਆਪਾਂ ਨੂੰ ਬਣਾਉਣੀ ਪਏਗੀ। ਹੁਣ ਇਸੇ ਦੇ ਆਧਾਰ ਤੇ ਹੀ ਆਪਾਂ ਸਾਂਝੇਦਾਰੀ ਦੇ ਲਾਭ ਕਰ ਸਕਦੇ ਹਾਂ। ਸਾਂਝੇਦਾਰੀ ਫਰਮਾਂ ਦੇ ਲਾਭ ਕੀ ਹਨ? ਇਹਦੇ ਨਾਲ ਆਪਾਂ ਪਿਛਲੀ ਜਿਹੜੀ ਆਪਾਂ ਸੋਲ ਪ੍ਰੋਪਰਾਈਟਰਸ਼ਿਪ ਕੀਤੀ ਸੀ ਉਹਦੇ ਮੁਤਾਬਕ ਵੀ ਆਪਾਂ ਇਹਨੂੰ ਡਿਸਕਸ ਕਰ ਸਕਦੇ ਹਾਂ। ਇਹਦੇ ਫਾਇਦੇ ਕੀ ਨੇ, ਉਹਦੇ ਕੰਪੈਰੇਟਿਵਲੀ ਇਹਦੇ ਕੀ ਫਾਇਦੇ ਨੇ, ਜਾਂ ਵੈਸੇ ਪਾਰਟਨਰਸ਼ਿਪ ਫਰਮ ਦੇ ਕੀ ਫਾਇਦੇ ਨੇ। ਪਾਰਟਨਰਸ਼ਿਪ ਦੇ ਫਰਮ ਵੇਖੋ ਨਿਰਮਾਣ ਬੜਾ ਆਸਾਨ ਹੈ। ਇਹ ਜ਼ਰੂਰੀ ਨਹੀਂ 2-4 ਜਣੇ ਰਲ ਕੇ ਵਪਾਰ ਕਰਨ ਨੂੰ ਸਹਿਮਤ ਹੋ ਗਏ ਤਾਂ ਉਹ ਰਲ ਕੇ ਇੱਕ ਉਹਨਾਂ ਨੇ ਐਗਰੀਮੈਂਟ ਬਣਾਇਆ, ਚਾਹੇ ਲਿਖਤੀ ਬਣਾ ਲਿਆ ਚਾਹੇ ਜ਼ੁਬਾਨੀ ਬਣਾ ਲਿਆ, ਉਹ ਆਪਸ ਦੇ ਵਿੱਚ ਪੈਸੇ ਲਗਾ ਕੇ ਸਾਂਝਾ ਵਪਾਰ ਕਰਨ ਨੂੰ ਸਹਿਮਤ ਹੋ ਗਏ ਤਾਂ ਵਪਾਰ ਸ਼ੁਰੂ ਹੋ ਗਿਆ। ਵੇਖੋ ਇਸ ਚੀਜ਼ ਨੂੰ ਇਹਨਾਂ ਦੀ ਆਪਣੀ ਰਾਏ ਹੈ। ਜੇ ਉਸ ਨੂੰ ਰਜਿਸਟਰਡ ਕਰਵਾਉਣਾ ਚਾਹਣ, ਭਾਰਤ ਸਰਕਾਰ ਦੇ ਕੋਲੇ, ਗੌਰਮੈਂਟ ਦੇ ਕੋਲੇ ਲਾਇਸੈਂਸ ਲੈਣਾ ਚਾਹਣ, ਵੇਖੋ ਇਸ ਫਰਮ ਨੂੰ ਜੋ ਵੀ ਇਹ ਕੰਮ ਕਰਨਗੇ ਉਹਦੇ ਵਾਸਤੇ GST ਦਾ ਲਾਇਸੈਂਸ ਵਗੈਰਾ ਤਾਂ ਸੇਲ ਟੈਕਸ ਵਗੈਰਾ ਭਰਨ ਵਾਸਤੇ ਲੈਣਾ ਪਏਗਾ, ਪਰ ਫਰਮ ਨੂੰ ਰਜਿਸਟਰ ਕਰਾਉਣਾ ਕੋਈ ਜ਼ਰੂਰੀ ਨਹੀਂ ਹੈ। ਜੇ ਕਰਵਾਉਣਗੇ ਤਾਂ ਉਹਦਾ ਕੰਪਨੀ ਨੂੰ ਕਈ ਫਾਇਦੇ ਹੁੰਦੇ ਹਨ, ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਉਸ ਤੋਂ ਬਾਅਦ ਆ ਗਿਆ ਯਾਨੀ ਨਿਰਮਾਣ ਇਹਦਾ ਬਹੁਤ ਆਸਾਨ ਹੈ। ਜਦੋਂ ਤੁਸੀਂ ਇੱਕ ਸਾਂਝੀ ਜੁਆਇੰਟ ਫਰਮ ਬਣਾ ਕੇ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਦੋਂ ਮਰਜ਼ੀ ਇਸ ਚੀਜ਼ ਨੂੰ ਕਰ ਸਕਦੇ ਹੋ। ਕੋਈ ਨਿਰਮਾਣ ਕਰਨ ਦੇ ਵਿੱਚ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਹੈ। ਵੱਡੇ ਸਾਧਨ,
ਤਾਂ ਰਿਸੋਰਸਿਸ ਇਹਦੇ ਵਿੱਚ ਵੱਧ ਜਾਂਦੇ ਹਨ। ਵੇਖੋ ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਇੱਕ ਮਾਲਕ ਹੁੰਦਾ ਹੈ, ਉਹਦੇ ਵਸੀਲੇ ਵੀ ਸੀਮਤ ਹੁੰਦੇ ਹਨ। ਇਹਦੇ ਵਿੱਚ ਜਦੋਂ ਜ਼ਿਆਦਾ ਲੋਕ ਰਲ ਜਾਂਦੇ ਹਨ, ਰਲ ਕੇ ਪੈਸਾ ਲਗਾਉਂਦੇ ਹਨ, ਤਾਂ ਇੱਕ ਵੱਡੇ ਕੰਮ ਨੂੰ ਉਹ ਕਰ ਸਕਦੇ ਹਨ। ਯਾਨੀ ਬਹੁਤ ਵੱਡਾ ਕੰਮ, ਕਰੋੜਾਂ ਅਰਬਾਂ ਰੁਪਈਆਂ ਤੱਕ ਵੀ ਕੰਮ ਕੀਤਾ ਜਾ ਸਕਦਾ ਹੈ। ਵਿਸ਼ਾਲ ਪ੍ਰਬੰਧਨ ਯੋਗਤਾ, ਯਾਨੀ ਕਿਉਂਕਿ ਹਰੇਕ ਵਿਅਕਤੀ ਦੀ ਇੱਕ ਆਪਣੀ ਯੋਗਤਾ ਤੇ ਗੁਣ ਹੁੰਦੇ ਹਨ, ਤਾਂ ਜਦੋਂ ਸਾਰੇ ਰਲ ਕੇ ਕਰਦੇ ਹਨ, ਕੋਈ ਵਿਅਕਤੀ ਕਿਸੇ ਚੀਜ਼ 'ਚ ਮਾਹਰ ਹੁੰਦਾ ਹੈ। ਮੰਨ ਲਓ ਇੱਕ ਆਪਾਂ ਸਾਂਝੀ ਵਪਾਰਕ ਫਰਮ ਬਣਾ ਲਈ, ਕੋਈ ਵਿਅਕਤੀ ਸੇਲ ਕਰਨ 'ਚ ਚੀਜ਼ਾਂ ਨੂੰ ਮਾਹਰ ਹੈ, ਕੋਈ ਚੀਜ਼ਾਂ ਪਰਚੇਜ਼ ਕਰਨ 'ਚ ਮਾਹਰ ਹੈ, ਕੋਈ ਉਹ ਬਾਕੀ ਕੰਮਾਂ ਨੂੰ ਲੋਕਾਂ ਤੋਂ ਕੰਮ ਕਰਵਾਉਣ 'ਚ ਮਾਹਰ ਹੈ, ਤਾਂ ਸਾਰਿਆਂ ਦੀ ਯੋਗਤਾ ਰਲ ਕੇ ਇਹ ਫਰਮ ਨੂੰ ਇੱਕ ਬਹੁਤ ਵੱਡੇ ਲੈਵਲ 'ਤੇ ਫਾਇਦਾ ਦਵਾ ਸਕਦੇ ਹਨ। ਤਾਂ ਸਾਰਿਆਂ ਦੀ ਵਿਸ਼ਾਲ ਪ੍ਰਬੰਧਕ ਯੋਗਤਾ ਦੇ ਨਾਲ ਇਸ ਪਾਰਟਨਰਸ਼ਿਪ ਫਰਮ ਨੂੰ ਫਾਇਦਾ ਹੁੰਦਾ ਹੈ। ਜ਼ਿਆਦਾ ਕਰਜ਼ ਪ੍ਰਾਪਤੀ ਦੀ ਯੋਗਤਾ ਵੀ ਮਿਲਦੀ ਹੈ। ਜਦੋਂ ਇੱਕ ਪਾਰਟਨਰਸ਼ਿਪ ਫਰਮ ਹੁੰਦੀ ਹੈ ਤਾਂ ਕੰਪੈਰੇਟਿਵਲੀ ਸੋਲ ਪ੍ਰੋਪਰਾਈਟਰਸ਼ਿਪ ਦੇ ਫਰਮ ਦੇ ਕੰਪੈਰੇਟਿਵਲੀ ਆਪਾਂ ਨੂੰ ਮਾਰਕੀਟ ਦੇ ਵਿੱਚੋਂ ਜਾਂ ਬੈਂਕਾਂ ਦੇ ਵਿੱਚੋਂ ਵੀ ਜ਼ਿਆਦਾ ਕਰਜ਼ ਪ੍ਰਾਪਤੀ ਦੇ ਆਪਾਂ ਯੋਗ ਬਣ ਜਾਂਦੇ ਹਨ, ਕਿਉਂਕਿ ਜਿੰਨਾ ਵੱਡਾ ਬਿਜ਼ਨਸ ਹੁੰਦਾ ਹੈ ਉਨੀ ਹੀ ਜ਼ਿਆਦਾ ਆਪਣੀ ਕਰਜ਼ ਦੀ ਵੀ ਯੋਗਤਾ ਲੈਣ ਦੀ ਬਣ ਜਾਂਦੀ ਹੈ। ਯਾਨੀ ਆਪਾਂ ਮਾਰਕੀਟ 'ਚੋਂ ਕਾਫੀ ਸਾਰਾ ਪੈਸਾ ਲੈ ਸਕਦੇ ਹਾਂ। ਤੁਰੰਤ ਫੈਸਲਾ ਲੈਣ ਦੇ ਵਿੱਚ ਵੀ ਇਹ ਸਹਾਇਕ ਹੁੰਦਾ ਹੈ। ਯਾਨੀ ਬਹੁਤ ਸਾਰੇ ਫੈਸਲੇ ਇਹੋ ਜਿਹੇ ਹੁੰਦੇ ਹਨ ਜਿਹੜੇ ਕਿ ਇੱਕ ਸਾਂਝੀ ਜੁਆਇੰਟ ਪਾਰਟਨਰਸ਼ਿਪ ਦੇ ਵਿੱਚ ਲੈਣੇ ਹੁੰਦੇ ਹਨ। ਤਾਂ ਜਦੋਂ ਥੋੜ੍ਹੇ ਪਾਰਟਨਰ ਹੁੰਦੇ ਹਨ ਤਾਂ ਰਲ ਕੇ ਡਿਸੀਜਨ ਲੈਣਾ, ਜੇ ਇਹਨੂੰ ਆਪਾਂ ਇੱਕ ਵੱਡੀ ਜੁਆਇੰਟ ਸਟਾਕ ਕੰਪਨੀ ਜਿਹੜੀ ਕਿ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ ਉਹਦੇ ਕੰਪੈਰੇਟਿਵਲੀ ਵੇਖੀਏ ਤਾਂ ਇੱਕ ਛੋਟੀ ਪਾਰਟਨਰਸ਼ਿਪ ਫਰਮ ਦੇ ਵਿੱਚ ਫੈਸਲੇ ਲੈਣੇ ਬੜੇ ਆਸਾਨ ਹੁੰਦੇ ਹਨ। ਪ੍ਰਬੰਧਕੀ ਖਰਚਾਂ ਦੇ ਵਿੱਚ ਵੀ ਬਚਤ ਹੁੰਦੀ ਹੈ, ਕਿਉਂਕਿ ਇਹੋ ਜਿਹੀਆਂ ਫਰਮਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਪਾਰਟਨਰਸ ਹੁੰਦੇ ਹਨ ਉਹ ਸਾਰੇ ਕੰਮ ਆਪ ਹੀ ਜ਼ਿਆਦਾਤਰ ਰਲ ਕੇ ਕਰ ਲੈਂਦੇ ਹਨ ਵੰਡ ਕੇ, ਤਾਂ ਇੱਕ ਕੋਈ ਇਹਨਾਂ ਨੂੰ ਵੱਖਰੇ ਮੈਨੇਜਰਸ ਜਾਂ ਹੋਰ ਕਰਮਚਾਰੀਆਂ ਨੂੰ ਅਪੁਆਇੰਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਤਾਂ ਜ਼ਿਆਦਾ ਪ੍ਰਬੰਧਕੀ ਖਰਚਾ ਇਹਦੇ ਵਿੱਚ ਨਹੀਂ ਹੁੰਦਾ। ਨਿਰੀਖਣ ਅਤੇ ਨਿਯੰਤਰਣ ਬੜਾ ਆਸਾਨ ਹੁੰਦਾ ਹੈ, ਯਾਨੀ ਸੁਪਰਵਿਜ਼ਨ ਐਂਡ ਕੰਟਰੋਲ। ਵੇਖੋ ਜਿੰਨੇ ਜ਼ਿਆਦਾ ਜਣੇ ਹੁੰਦੇ ਹਨ ਧਨ ਵੀ ਜ਼ਿਆਦਾ ਹੁੰਦਾ ਹੈ, ਲੋਕ ਵੀ ਜ਼ਿਆਦਾ ਹੁੰਦੇ ਹਨ, ਤਾਂ ਸਾਰੇ ਸਿਸਟਮ ਨੂੰ ਮੈਨੇਜ ਕਰਨਾ ਔਰ ਸੁਪਰਵਾਈਜ਼ ਕਰਨਾ ਔਰ ਕੰਟਰੋਲ ਕਰਨਾ ਬੜਾ ਆਸਾਨ ਹੁੰਦਾ ਹੈ, ਜਿਹਦੇ ਨਾਲ ਫਜ਼ੂਲ ਖਰਚੀ ਘਟਦੀ ਹੈ, ਸਾਧਨਾਂ ਦਾ ਬੜਾ ਉੱਚਤਮ ਪ੍ਰਯੋਗ ਹੁੰਦਾ ਹੈ ਔਰ ਬਿਹਤਰ ਨਤੀਜਿਆਂ ਦੇ ਨਾਲ ਜ਼ਿਆਦਾ ਲਾਭ ਆਪਾਂ ਪ੍ਰਾਪਤ ਕਰ ਸਕਦੇ ਹਾਂ। ਬੈਟਰ ਸੀਕ੍ਰੇਸੀ ਵੀ ਇਹਦੇ ਵਿੱਚ, ਜਦੋਂ ਥੋੜ੍ਹੇ ਪਾਰਟਨਰਸ ਹੁੰਦੇ ਹਨ ਤਾਂ ਸੀਕ੍ਰੇਸੀ ਵੀ ਬਣੀ ਰਹਿੰਦੀ ਹੈ, ਨੁਕਸਾਨ ਘੱਟ ਹੁੰਦੇ ਹਨ। ਕਿਉਂਕਿ ਇੱਕ ਜੁਆਇੰਟ ਸਟਾਕ ਕੰਪਨੀ ਦੇ ਮੁਕਾਬਲੇ ਜੇ ਆਪਾਂ ਦੇਖੀਏ ਤਾਂ ਉਹਨਾਂ ਨੂੰ ਆਪਣੀ ਹਰੇਕ ਜੋ ਵੀ ਉਹਨਾਂ ਦਾ ਅਕਾਊਂਟਸ ਦਾ ਸਿਸਟਮ ਹੁੰਦਾ ਹੈ, ਜੋ ਵੀ ਅਕਾਊਂਟਸ ਦਾ ਹਿਸਾਬ ਕਿਤਾਬ ਹੁੰਦਾ ਹੈ, ਉਹ ਸਾਰਾ ਪਬਲਿਕ ਨੂੰ ਦੇਣਾ ਪੈਂਦਾ ਹੈ। ਇਹਦੇ ਵਿੱਚ ਪਾਰਟਨਰਸ਼ਿਪ ਜਿਹੜੀ ਫਰਮ ਹੁੰਦੀ ਹੈ ਉਹਦੇ ਵਿੱਚ ਸਿਰਫ ਪਾਰਟਨਰਸ ਨੂੰ ਹੀ ਸਾਂਝੇਦਾਰੀ ਫਰਮ ਦੇ ਸਾਰੇ ਪੈਸਿਆਂ ਦੇ ਲੈਣ ਦੇਣ ਦਾ, ਜਾਂ ਕਿਤੇ ਅਸੀਂ ਉਧਾਰ ਕਿਸੇ ਤੋਂ ਲਿਆ ਹੋਇਆ ਹੈ ਜਾਂ ਕਿਸੇ ਤੋਂ ਅਸੀਂ ਪੈਸੇ ਲੈਣੇ ਹਨ ਜਾਂ ਦੇਣੇ ਹਨ, ਉਹਦੇ ਬਾਰੇ ਸਿਰਫ ਪਾਰਟਨਰਸ ਨੂੰ ਹੀ ਪਤਾ ਹੁੰਦਾ ਹੈ। ਤਾਂ ਜੋ ਇੱਕ ਸਾਂਝੇਦਾਰੀ ਫਰਮ ਹੁੰਦੀ ਹੈ ਇਹਦੇ ਸਾਰੇ ਸੀਕ੍ਰੇਸੀ ਇਸ ਦੇ ਅੰਦਰ ਹੀ ਰਹਿੰਦੀ ਹੈ। ਆਸਾਨ ਵਿਘਟਨ, ਕਿਸੇ ਵੀ ਸਾਂਝੇਦਾਰ ਦੇ ਦਿਵਾਲੀਆ ਹੋਣ, ਪਾਗਲ ਹੋਣ ਜਾਂ ਮੌਤ ਹੋ ਜਾਣ ਤੇ ਇਸ ਨੂੰ ਬੜੀ ਛੇਤੀ ਡਿਜ਼ੋਲਵ ਯਾਨੀ ਇਸ ਪਾਰਟਨਰਸ਼ਿਪ ਫਰਮ ਨੂੰ ਖਤਮ ਕੀਤਾ ਜਾ ਸਕਦਾ ਹੈ। ਇੱਛਾ ਉੱਤੇ ਆਧਾਰਿਤ ਸਾਂਝੇਦਾਰੀ ਹੋਣ ਦੀ ਸਥਿਤੀ ਵਿੱਚ ਕਿਸੇ ਵੀ ਸਾਂਝੇਦਾਰ ਦੁਆਰਾ ਸਾਰੇ ਸਾਂਝੇਦਾਰਾਂ ਨੂੰ ਇੱਕ ਲਿਖਤੀ ਨੋਟਿਸ ਦੇ ਕੇ ਉਹ ਕਦੇ ਵੀ ਆਪਣਾ ਹਿੱਸਾ ਕੱਢ ਸਕਦਾ ਹੈ, ਉਸ ਸਾਂਝੇਦਾਰੀ ਫਰਮ ਨੂੰ ਆਪਦੇ ਪਾਰਟਨਰ ਹੋਣ ਨੂੰ ਉਸ ਦੇ ਵਿੱਚੋਂ ਅਲੱਗ ਕਰ ਸਕਦਾ ਹੈ। ਯਾਨੀ ਸਾਂਝੇਦਾਰੀ ਫਰਮ ਦਾ ਵਿਘਟਨ ਕਰਨਾ ਜਾਂ ਉਹਨੂੰ ਖਤਮ ਕਰਨਾ ਬੜਾ ਹੀ ਆਸਾਨ ਹੁੰਦਾ ਹੈ। ਇਹਦੇ ਅਕੋਰਡਿੰਗ ਹੀ ਇਹਨਾਂ ਦੀਆਂ ਅੱਗੇ ਸਾਂਝੇਦਾਰੀ ਫਰਮਾਂ ਦੀਆਂ ਹਾਨੀਆਂ ਕਰਨ ਤੋਂ ਪਹਿਲਾਂ ਇੱਕ ਦੋ ਪੁਆਇੰਟ ਰਹਿ ਗਏ ਨੇ, ਉਹ ਆਪਾਂ ਡਿਸਕਸ ਕਰ ਲਈਏ। ਜੋਖਮ ਦੇ ਵਿੱਚ ਹਿੱਸੇਦਾਰੀ, ਕਿਉਂਕਿ ਜੋਖਮ ਬਹੁਤ ਸਾਰੇ ਵਿਅਕਤੀਆਂ ਦੁਆਰਾ ਸਹਿਣ ਕੀਤਾ ਜਾਂਦਾ ਹੈ ਤਾਂ ਰਿਸਕ ਵੰਡਿਆ ਜਾਂਦਾ ਹੈ। ਸੋਲ ਪ੍ਰੋਪਰਾਈਟਰਸ਼ਿਪ ਦੀ ਮੁਕਾਬਲੇ ਜੇ 10 ਪਾਰਟਨਰ ਨੇ ਤਾਂ ਉਹ ਰਿਸਕ ਜਿਹੜਾ ਹੈ ਉਹ 10 ਪਾਰਟਨਰਸ ਦੁਆਰਾ ਵੰਡ ਲਿਆ ਜਾਂਦਾ ਹੈ।
ਵਿਕਾਸ ਅਤੇ ਵਿਸਤਾਰ ਦੀ ਬੜੀ ਜ਼ਿਆਦਾ ਸੰਭਾਵਨਾ ਇਹਦੇ ਵਿੱਚ ਰਹਿੰਦੀ ਹੈ। एकल ਮਾਲਕੀ ਵਪਾਰ ਦੀ ਤੁਲਨਾ ਦੇ ਵਿੱਚ ਜੇ ਦੇਖੀਏ ਤਾਂ ਕਿਉਂਕਿ ਜ਼ਿਆਦਾ ਪਾਰਟਨਰਸ ਹੁੰਦੇ ਨੇ, ਜ਼ਿਆਦਾ ਪੈਸਾ ਹੁੰਦਾ ਹੈ, ਤਾਂ ਉਸ ਸਾਂਝੇਦਾਰੀ ਫਰਮ ਨੂੰ ਬਿਜ਼ਨਸ ਨੂੰ ਵੱਡਾ ਕਰਨ ਦੇ ਵਿੱਚ, ਹੋਰ ਵਧਾਉਣ ਦੇ ਵਿੱਚ ਬੜੀ ਆਸਾਨੀ ਨਾਲ ਆਪਾਂ ਵਧਾ ਸਕਦੇ ਹਾਂ। ਇਸ ਚੀਜ਼ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਹੁਣ ਅੱਗੇ ਬੇਟੇ ਆ ਗਿਆ ਹਾਨੀਆਂ ਕੀ ਨੇ, ਸਾਂਝੇਦਾਰੀ ਫਰਮ ਦੀਆਂ ਹਾਨੀਆਂ ਕੀ ਨੇ। ਲਿਮਿਟੇਸ਼ਨਸ ਐਂਡ ਡਿਸਐਡਵਾਂਟੇजेस ਆਫ ਪਾਰਟਨਰਸ਼ਿਪ ਫਰਮ। ਸਭ ਤੋਂ ਪਹਿਲੇ ਤਾਂ ਉਹੀ ਹੈ ਅਨਲਿਮਿਟਡ ਲਾਇਬਿਲਿਟੀ, ਯਾਨੀ ਇਹਦੀ ਲਾਇਬਿਲਿਟੀ ਅਨਲਿਮਿਟਡ ਹੈ। ਜਿੰਨੇ ਵੀ ਇਹਦੇ ਹਿੱਸੇਦਾਰ ਹੁੰਦੇ ਹਨ ਉਹਨਾਂ ਨੇ ਜਿੰਨਾ ਵੀ ਜੇ ਕਰਜ਼ਾ ਲਿਆ ਹੁੰਦਾ ਹੈ ਤਾਂ ਉਸ ਕਰਜ਼ੇ ਨੂੰ ਦੇਣਦਾਰ ਉਹ ਹਮੇਸ਼ਾ ਰਹਿੰਦੇ ਹਨ, ਉਹਨਾਂ ਨੂੰ ਉਸ ਕਰਜ਼ੇ ਨੂੰ ਚੁਕਾਉਣਾ ਹੀ ਪੈਂਦਾ ਹੈ, ਭਾਵੇਂ ਕਿ ਇਸ ਵਾਸਤੇ ਉਹਨਾਂ ਨੂੰ ਆਪਣੀ ਹੋਰ ਨਿੱਜੀ ਸੰਪत्ति ਵੀ ਵੇਚਣੀ ਕਿਉਂ ਨਾ ਪਵੇ। ਸੀਮਤ ਸਾਧਨ। ਵੱਡੀਆਂ ਸਟਾਕ ਕੰਪਨੀਆਂ ਦੇ ਮੁਤਾਬਕ ਜੇ ਵੇਖੀਏ ਤਾਂ ਇਹਨਾਂ ਦੇ ਸਾਧਨ ਬੜੇ ਹੀ ਸੀਮਤ ਹੁੰਦੇ ਹਨ। ਵੇਖੋ ਸੋਲ ਪ੍ਰੋਪਰਾਈਟਰਸ਼ਿਪ ਫਰਮ ਦੇ ਮੁਕਾਬਲੇ ਇਹਨਾਂ ਦੇ ਸਾਧਨ, ਇਹਨਾਂ ਕੋਲੇ ਪੈਸਾ ਜ਼ਿਆਦਾ ਹੁੰਦਾ ਹੈ, ਇਹਨਾਂ ਦੇ ਕੋਲੇ ਰਿਸੋਰਸਿਸ ਜ਼ਿਆਦਾ ਹੁੰਦੇ ਹਨ। ਪਰ ਜੇ ਇੱਕ ਵੱਡੀਆਂ ਸਟਾਕ ਕੰਪਨੀਆਂ ਦੇ ਮੁਤਾਬਕ ਆਪਾਂ ਵੇਖੀਏ ਤਾਂ ਇਹਨਾਂ ਦੇ ਸਾਧਨ ਬੜੇ ਹੀ ਸੀਮਤ ਹੁੰਦੇ ਹਨ। ਨੈਕਸਟ ਹੈ ਰਿਸਟ੍ਰਿਕਸ਼ਨ ਔਨ ਟ੍ਰਾਂਸਫਰ ਆਫ ਸ਼ੇਅਰਸ, ਯਾਨੀ ਤੁਸੀਂ ਕਦੇ ਵੀ ਇਹਦੇ ਵਿੱਚ ਆਪਦਾ ਹਿੱਸਾ ਬਿਨਾਂ ਕਿਸੇ ਸਾਂਝੇਦਾਰਾਂ ਤੋਂ ਕਿਸੇ ਵੀ ਤੀਜੇ ਪੱਖ ਨੂੰ, ਕਿਸੇ ਵੀ ਹੋਰ ਵਿਅਕਤੀ ਨੂੰ ਜਾਂ ਆਪਣੇ ਇਵਨ ਬੇਟੇ ਨੂੰ ਵੀ ਤੁਸੀਂ ਆਪਣਾ ਹਿੱਸਾ ਨਹੀਂ ਸ਼ੇਅਰ ਕਰ ਸਕਦੇ, ਯਾਨੀ ਉਹਨੂੰ ਆਪਣਾ ਹਿੱਸਾ ਦੇ ਕੇ ਮਾਲਕ ਨਹੀਂ ਬਣਾ ਸਕਦੇ, ਕਿਉਂਕਿ ਉਸ ਦੇ ਨਾਲ ਇਹ ਪਾਰਟਨਰਸ਼ਿਪ ਡੀਡ ਖਤਮ ਹੋ ਜਾਏਗੀ ਔਰ ਸਾਂਝੇਦਾਰੀ ਫਰਮ ਜਿਹੜੀ ਹੈ ਉਹ ਡਿਮੋਲਿਸ਼ ਹੋ ਜਾਏਗੀ, ਖਤਮ ਹੋ ਜਾਏਗੀ। ਇੱਕ ਇਹਦਾ ਇਹ ਨੁਕਸਾਨ ਵੀ ਹੈ ਅਨਸਰਟਨ ਐਗਜ਼ਿਸਟੈਂਸ। ਜਦੋਂ ਵੀ ਪਾਰਟਨਰਸ ਦੇ ਵਿੱਚੋਂ ਕਿਸੇ ਪਾਰਟਨਰ ਦੀ ਵੀ ਮੌਤ ਹੋ ਜਾਂਦੀ ਹੈ ਜਾਂ ਕੋਈ ਪਾਗਲ ਹੋ ਜਾਂਦਾ ਹੈ ਜਾਂ ਕੋਈ ਬੈਂਕ ਕਰਪਟ ਹੋ ਜਾਂਦਾ ਹੈ, ਬੈਂਕ ਕਰਪਟ ਹੋਣ ਦਾ ਮਤਲਬ ਹੁੰਦਾ ਹੈ ਪੈਸਾ ਉਹਦੇ ਕੋਲੇ ਖਤਮ ਹੋ ਜਾਂਦਾ ਹੈ, ਦਿਵਾਲੀਆ ਹੋ ਜਾਂਦਾ ਹੈ, ਤਾਂ ਇਸ ਜਿਹੜੀ ਪਾਰਟਨਰਸ਼ਿਪ ਫਰਮ ਦਾ ਆਪਣੇ ਆਪ ਇਹ ਪਾਰਟਨਰਸ਼ਿਪ ਫਰਮ ਖਤਮ ਹੋ ਜਾਂਦੀ ਹੈ, ਜਿਸ ਦੇ ਨਾਲ ਜਿਹੜੇ ਕਰਜ਼ਦਾਰ ਹੁੰਦੇ ਨੇ, ਜਿਨ੍ਹਾਂ ਤੋਂ ਤੁਸੀਂ ਕਰਜ਼ਾ ਲਿਆ ਹੁੰਦਾ ਹੈ, ਕਰਜ਼ ਦੇਣ ਵਾਲੇ ਤੁਹਾਨੂੰ ਹੁੰਦੇ ਹਨ, ਉਹਨਾਂ ਦਾ ਕਈ ਵਾਰੀ ਤੁਹਾਡੀ ਫਰਮ ਤੋਂ ਵਿਸ਼ਵਾਸ ਉੱਠਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਕਈ ਵਾਰੀ ਨੈਕਸਟ ਇੱਕ ਪੁਆਇੰਟ ਹੈ ਵਿਸ਼ਵਾਸ ਦੀ ਘਾਟ। ਕਈ ਵਾਰੀ ਜੇ ਕੋਈ ਵੀ ਵਿਅਕਤੀ ਮੰਨ ਲਓ ਪਾਰਟਨਰਸ ਦੇ ਵਿੱਚੋਂ ਬੇਈਮਾਨੀ ਕਰਦਾ ਹੈ ਜਾਂ ਤੁਹਾਡੇ ਮੁਤਾਬਕ ਸਹੀ ਤਰ੍ਹਾਂ ਨਾਲ ਕੰਮ ਨਹੀਂ ਕਰਦਾ, ਤਾਂ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਵੀ ਕਈ ਵਾਰ ਫਰਮ ਨੂੰ ਨੁਕਸਾਨ ਉਠਾਉਣੇ ਪੈਂਦੇ ਹਨ। ਤੁਰੰਤ ਫੈਸਲੇ ਲੈਣ ਦੀ ਵੀ ਕਈ ਵਾਰੀ ਪ੍ਰੋਬਲਮ ਆਉਂਦੀ ਹੈ, ਕਿਉਂਕਿ ਕਈ ਵਾਰੀ ਸਾਰੇ ਇੱਕ ਡਿਸੀਜਨ ਦੇ ਉੱਪਰ ਸਹਿਮਤ ਨਹੀਂ ਹੁੰਦੇ, ਤਾਂ ਉੱਥੇ ਵੀ ਇਸ ਤਰ੍ਹਾਂ ਦੀ ਕਈ ਵਾਰੀ ਪ੍ਰੋਬਲਮਸ ਆਉਂਦੀਆਂ ਹਨ। ਕਈ ਵਾਰੀ ਕੀ ਹੁੰਦਾ ਹੈ ਇੰਪਲੋਇਡ ਅਥਾਰਟੀ ਯਾਨੀ ਨਿਹਿਤ ਸੱਤਾ, ਯਾਨੀ ਕਈ ਵਾਰੀ ਸਾਂਝੇਦਾਰ ਜਾਂ ਪਾਰਟਨਰਸ ਆਪਣੇ ਕੰਮਾਂ ਨਾਲ ਕੋਈ ਵੀ ਵਿੱਚੋਂ ਇੱਕ ਪਾਰਟਨਰ ਜਾਂ ਦੋ ਪਾਰਟਨਰ ਆਪਣੇ ਕੰਮਾਂ ਦੇ ਨਾਲ ਬੇਈਮਾਨੀ ਨਾਲ ਜਾਂ ਲਾਪਰਵਾਹੀ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੁਹਾਡੀ ਪਾਰਟਨਰਸ਼ਿਪ ਫਰਮ ਵਾਸਤੇ ਖੜੀਆਂ ਕਰ ਸਕਦਾ ਹੈ। ਤਾਂ ਉਸ ਤਰ੍ਹਾਂ ਦੇ ਕੇਸ ਦੇ ਵਿੱਚ ਸਾਰਿਆਂ ਨੂੰ ਹੀ ਉਸ ਚੀਜ਼ ਦੀ ਹਾਨੀ ਉਠਾਉਣੀ ਪੈਂਦੀ ਹੈ, ਜਿਸ ਦਾ ਕਿ ਕਈ ਵਾਰੀ ਬੜਾ ਹੀ ਵੱਡਾ ਨੁਕਸਾਨ ਹੁੰਦਾ ਹੈ। ਤਾਂ ਬੇਟੇ ਇਹ ਕੁਝ ਗੱਲਾਂ ਸੀਗੀਆਂ ਸਾਂਝੇਦਾਰੀ ਫਰਮ ਹੁੰਦੀ ਕੀ ਹੈ, ਸਾਂਝੇਦਾਰੀ ਫਰਮ ਦੇ ਫੀਚਰਸ ਜਾਂ ਵਿਸ਼ੇਸ਼ਤਾਵਾਂ ਕੀ ਹਨ, ਇਸ ਦੇ ਐਡਵਾਂਟੇजेस ਕੀ ਹਨ ਔਰ ਇਸ ਦੇ ਡਿਸਐਡਵਾਂਟੇजेस ਕੀ ਹਨ। ਉਮੀਦ ਕਰਦਾ ਹਾਂ ਤੁਸੀਂ ਇਸ ਨੂੰ ਧਿਆਨ ਨਾਲ ਪੜ੍ਹ ਕੇ ਕੰਮ ਕਰੋਗੇ ਔਰ ਲੈਕਚਰ ਚੰਗੀ ਤਰ੍ਹਾਂ ਸੁਣੋਗੇ। ਬਹੁਤ ਬਹੁਤ ਧੰਨਵਾਦ।